Hello everyone. Today we are going to start prose named Letter to a Teacher, written by the School of Babiana. About the author. Letter to a Teacher was originally written in Italian by the students of the Babiana School. It was published in 1967 and soon became a bestseller in Italy. It was translated into many languages, and the first English translation by Nura Rossi and Tom Cole appeared in 1970. Actually, there was a school named the Babiana School, और उथों ਦੇ students ने ਇਹ letter ਲਿਖਿਆ ਸੀ। ਐਕਚੁਅਲੀ ਉਹ ਸਕੂਲ ਇਟਲੀ ਦੇ ਵਿੱਚ ਸੀ ਔਰ ਉਹਨਾਂ ਨੇ ਇਟਾਲੀਅਨ ਲੈਂਗੁਏਜ ਦੇ ਵਿੱਚ ਉੱਥੋਂ ਦੇ ਸਟੂਡੈਂਟਸ ਨੇ ਆਪਣੇ ਟੀਚਰ ਨੂੰ ਲੈਟਰ ਲਿਖਿਆ ਸੀ ਐਂਡ ਇਹ ਬਹੁਤ ਫੇਮਸ ਹੋ ਗਿਆ ਸੀ ਉਹਨਾਂ ਦਾ ਇਹ ਲੈਟਰ ਐਂਡ ਉਸ ਤੋਂ ਬਾਅਦ ਇਹਨੂੰ ਹੋਰ ਲੈਂਗੁਏਜਸ ਦੇ ਵਿੱਚ ਵੀ ਟਰਾਂਸਲੇਟ ਕੀਤਾ ਗਿਆ। Babiana was a small village, about 20 houses in a hilly region of Tuscany, Italy. The school of Babiana was set up by the progressive educator, journalist, and priest Lorenzo Milani to provide an alternative for poor children who had been pushed out by traditional schools. Actually ਇਹ ਜੋ ਬਾਬੀਆਨਾ ਹੈ ਐਕਚੁਅਲੀ ਇਹ ਜਗ੍ਹਾ ਦਾ ਨਾਮ ਹੈ, ਇੱਕ ਪਿੰਡ ਦਾ ਨਾਮ ਹੈ ਜੋ ਇਟਲੀ ਦੇ ਵਿੱਚ ਇੱਕ ਟਸਕਨੀ ਨਾਮ ਦੀ ਦਾ ਹਿਲੀ ਰੀਜਨ ਹੈ, ਪਹਾੜੀ ਇਲਾਕਾ ਆ, ਉੱਥੇ ਸੀ ਇਹ ਸਕੂਲ, ਠੀਕ ਹੈ। ਐਂਡ ਇਹ ਜਿਹੜਾ ਸਕੂਲ ਸੀ ਸਕੂਲ ਨੇਮ ਵਾਜ਼ ਬਾਬੀਆਨਾ ਸਕੂਲ ਅਤੇ ਉਹ ਹੈਗਾ ਸੀ ਇਟਲੀ ਦੇ ਹਿਲੀ ਰੀਜਨ ਦੇ ਵਿੱਚ ਜਿਹਦਾ ਨਾਮ ਸੀ ਟਸਕਨੀ ਅਤੇ ਇਹ ਇੱਕ ਐਜੂਕੇਟਰ ਜਿਸ ਦਾ ਨਾਮ ਸੀ ਲੋਰੈਂਜ਼ੋ ਮਿਲਾਨੀ ਉਹਨੇ ਸਟਾਰਟ ਕੀਤਾ ਸੀ ਉੱਥੋਂ ਤਾਂ ਕਿ ਉੱਥੋਂ ਦੇ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਵਾ ਸਕੇ ਜਿਹੜੇ ਕਿ ਆਪਣੇ ਸਕੂਲਸ ਦੇ ਵਿੱਚੋਂ ਉਹਨਾਂ ਨੂੰ ਪੁਸ਼ਡ ਆਊਟ ਮਤਲਬ ਕਿ ਸਕੂਲ ਦੇ ਵਿੱਚੋਂ ਡਰੋਪ ਆਊਟ ਹੋ ਗਏ ਆ। The school authors of the letter to a teacher belong to Tuscan peasant family, but the experience they speak is of not limited to their situation. They, like all other village children who joined Milani school, had either been failed out of school or were bitterly discouraged with the way they were taught. ਐਕਚੁਅਲੀ ਇਹ ਜਿਹੜਾ ਲੈਟਰ ਲਿਖਿਆ ਗਿਆ ਜਿਹੜੇ ਬੱਚਿਆਂ ਨੇ ਸਕੂਲ ਬॉय ਆਥਰਸ ਉੱਥੋਂ ਦੇ ਸਕੂਲ ਦੇ ਜਿਹੜੇ ਬॉयਜ਼ ਸੀਗੇ ਉਹ ਇਸ ਲੈਟਰ ਦੇ ਆਥਰਸ ਹੈ ਔਰ ਉਹਨਾਂ ਨੇ ਜਿਹੜਾ ਇਹ ਲੈਟਰ ਲਿਖਿਆ ਹੈ ਨਾ ਉਹ ਜਿਹੜੇ ਬੱਚੇ ਸੀ ਉਹ ਪੀਜ਼ੈਂਟ ਫੈਮਿਲੀ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਔਰ ਬਟ ਜੋ ਉਹਨਾਂ ਨੇ ਆਪਣੇ ਸਕੂਲ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਆ ਉਹ ਉਹਨਾਂ ਦੇ ਤੱਕ ਹੀ ਲਿਮਿਟਿਡ ਨਹੀਂ ਹੈ। ਅਸੀਂ ਇੱਦਾਂ ਦਾ ਐਕਸਪੀਰੀਅੰਸ ਕਾਫੀ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਦੇਖਣ ਨੂੰ ਮਿਲਦਾ ਆ ਔਰ ਉੱਥੇ ਕੀ ਹੁੰਦਾ ਆ ਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਪਿੰਡ ਦੇ ਬੱਚਿਆਂ ਨੇ ਇਹ ਮਿਲਾਨੀ ਸਕੂਲ ਜੁਆਇਨ ਕੀਤਾ ਸੀ ਉਹਨਾਂ ਨੂੰ ਜਾਂ ਤਾਂ ਉੱਥੇ ਫੇਲ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਡਿਸਕਰੇਜ ਕੀਤਾ ਜਾਂਦਾ ਸੀ ਫਰੋਮ ਦ ਵੇ ਦੇ ਵਰ ਟੌਟ। ਜਿਸ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ ਨਾ ਉਹ ਤਰੀਕਾ ਇਸ ਤਰ੍ਹਾਂ ਸੀ ਕਿ ਉਹ ਐਜੂਕੇਸ਼ਨ ਨਾ ਲੈਣ, ਦੇ ਵਰ ਡਿਸਕਰੇਜਡ। The book Letter to a Teacher, from which the present extract is taken, is one of the most powerful indictments of the injustices of a conventional school system. Actually Letter to a Teacher ਇੱਕ ਬੁੱਕ ਹੈ ਅਤੇ ਜਿਹੜਾ ਅਸੀਂ ਅੱਜ ਪ੍ਰੈਜ਼ੈਂਟ ਅਸੀਂ ਪ੍ਰੋਜ਼ ਪੜ੍ਹਨ ਲੱਗੇ ਹਾਂ ਉਸ ਲੈਟਰ ਟੂ ਅ ਟੀਚਰ ਬੁੱਕ ਦੇ ਵਿੱਚੋਂ ਇੱਕ ਐਕਸਟਰੈਕਟ ਲਿਆ ਗਿਆ, ਇੱਕ ਥੋੜ੍ਹਾ ਜਿਹਾ ਹਿੱਸਾ ਲਿਆ ਗਿਆ ਆ, ਠੀਕ ਹੈ। ਔਰ ਇੱਕ ਬਹੁਤ ਹੀ ਮੋਸਟ ਪਾਵਰਫੁਲ ਇੰਡਿਕਟਮੈਂਟਸ ਕੀ ਹੁੰਦੇ ਆ ਕਿਸੇ 'ਤੇ ਆਰੋਪ ਲਗਾਉਣਾ, ਚਾਰਜਿਸ, ਦੋਸ਼ ਲਗਾਉਣਾ of the injustices of the conventional school system. ਇਸ ਲੈਟਰ ਟੂ ਅ ਟੀਚਰ ਬੁੱਕ ਦੇ ਥਰੂ ਉਹਨਾਂ ਨੇ ਜਿਹੜਾ ਕਨਵੈਨਸ਼ਨਲ ਪੁਰਾਣਾ ਸਕੂਲ ਸਿਸਟਮ ਸਾਡੇ ਚੱਲੇ ਆਉਂਦੇ ਆ ਨਾ ਉਹਦੇ ਵਿੱਚ ਕਿਸ ਤਰ੍ਹਾਂ ਬੱਚਿਆਂ ਦੇ ਨਾਲ ਅਨਿਆਏ ਹੁੰਦਾ ਆ, ਇਨਜਸਟਿਸ ਹੁੰਦੀ ਹੈ, ਉਹਦੇ ਉੱਤੇ ਦੋਸ਼ ਲਗਾਇਆ ਕਿ ਕਿਸ ਤਰ੍ਹਾਂ ਦੀ ਇਨਜਸਟਿਸ ਹੁੰਦੀ ਹੈ ਉਹਦੇ ਦੋਸ਼ ਲਗਾਇਆ। Written by poor students, it exposes the class bias of the educational system. ਤੇ ਇਹ ਜਿਹੜਾ ਸੀ ਦਿਸ ਬੁੱਕ ਇਜ਼ ਰਿਟਨ ਬਾਏ ਪੂਅਰ ਸਟੂਡੈਂਟਸ ਔਰ ਇਹ ਸਾਡੇ ਸਾਹਮਣੇ ਐਕਸਪੋਜ਼ ਕਰਦੀ ਹੈ, ਸਾਡੇ ਸਾਹਮਣੇ ਪੇਸ਼ ਕਰਦੀ ਹੈ ਕਿ ਐਜੂਕੇਸ਼ਨਲ ਸਿਸਟਮ ਦੇ ਵਿੱਚ ਵੀ ਕਲਾਸ ਬਾਇਸ ਹੁੰਦਾ ਆ। ਕਲਾਸਿਸ ਕਿਹੜੀਆਂ ਹੁੰਦੀਆਂ, ਮਿਡਲ ਕਲਾਸ, ਪੂਅਰ ਕਲਾਸ, ਰਿਚ ਕਲਾਸ, ਹੈ ਨਾ। ਸੋ ਇਸ ਤਰ੍ਹਾਂ ਐਜੂਕੇਸ਼ਨ ਜਿਹੜਾ ਸਿਸਟਮ ਹੈ ਉਹ ਵੀ ਬੱਚਿਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦਾ ਹੈ, ਬਾਇਸਨੈਸ ਕਰਦਾ ਹੈ and proposes new objectives and pedagogical system methods for educational primarily for less privileged students। ਤੇ ਇਹਨਾਂ ਇਸ ਪੜ੍ਹਨ ਤੋਂ ਬਾਅਦ ਸਾਡੇ ਸਾਹਮਣੇ ਆ ਜਾਂਦੇ ਆ
ਇਹ ਸਾਡੇ ਸਾਹਮਣੇ ਰੱਖਦਾ ਹੈ, ਨਵੇਂ ਆਬਜੈਕਟਿਵਸ ਰੱਖਦਾ ਆ, ਨਵਾਂ ਸਾਨੂੰ ਇਹ ਸਿਖਾਉਂਦਾ ਆ। ਇਹ ਲੈਟਰ ਟੂ ਅ ਟੀਚਰ ਪ੍ਰੋਜ਼ ਇਹ ਸਿਖਾਉਂਦਾ ਹੈ ਕਿ ਅਸੀਂ ਜਿਹੜੇ ਬੱਚੇ ਲੈਸ ਪ੍ਰਿਵਿਲੇਜਡ ਹੈ, ਜਿਨ੍ਹਾਂ ਦੇ ਕੋਲ ਬਹੁਤੀਆਂ ਸਹੂਲਤਾਂ ਨਹੀਂ ਹੈ, ਦੇ ਬਿਲੋਂਗ ਟੂ ਦਾ ਪੂਅਰ ਫੈਮਲੀਜ਼, ਉਹਨਾਂ ਦੇ ਲਈ ਸਾਨੂੰ ਪੈਡਾਗੋਜੀਕਲ ਮੀਨਸ ਟੀਚਿੰਗ, ਸਾਡੇ ਟੀਚਿੰਗ ਮੈਥਡਸ ਕੀ ਹੋਣੇ ਚਾਹੀਦੇ ਆ ਅਤੇ ਸਾਨੂੰ ਕਿਹੜੇ ਆਬਜੈਕਟਿਵਸ ਨੂੰ ਲੈ ਕੇ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ। ਹਰ ਇੱਕ ਨੂੰ ਪੜ੍ਹਾਉਣ ਦਾ ਆਬਜੈਕਟਿਵ ਅਲੱਗ ਹੁੰਦਾ ਹੈ। ਕਈ ਵਾਰ ਅਸੀਂ ਨੌਲੇਜ ਲੈਣ ਲਈ ਪੜ੍ਹਦੇ ਹਾਂ, ਕਈ ਵਾਰ ਅਸੀਂ ਆਪਣੀ ਸਿਰਫ ਜੌਬ ਹਾਸਿਲ ਕਰਨ ਲਈ ਜਾਂ ਆਪਣੀ ਇਕਨੋਮਿਕ ਕੰਡੀਸ਼ਨ ਠੀਕ ਕਰਨ ਦੇ ਲਈ ਘਰ ਦੇ ਲਈ ਪੜ੍ਹਦੇ ਹਾਂ। ਸੋ ਆਬਜੈਕਟਿਵ ਅਲੱਗ-ਅਲੱਗ ਹੋ ਜਾਂਦਾ ਹੈ ਅਤੇ ਇਸ ਲਈ ਇਹਨਾਂ ਬੱਚਿਆਂ ਦੇ ਲਈ ਅਲੱਗ ਆਬਜੈਕਟਿਵ ਸਾਨੂੰ ਰੱਖ ਕੇ ਇਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ, ਜਿਹੜੇ ਕਿ ਪੂਅਰ ਫੈਮਲੀਜ਼ ਨੂੰ ਬਿਲੋਂਗ ਕਰਦੇ ਆ। ਇਸ ਲੈਟਰ ਦੇ ਵਿੱਚ ਇਹ ਸਿਖਾਇਆ ਜਾ ਰਿਹਾ ਹੈ। Although it seems to be written by one boy alone, the book is in fact written by 8 students of Babiana School with the assistance of some former classmates. Actually ਪੜ੍ਹਨ ਤੋਂ ਤਾਂ ਇਹ ਲੱਗੇਗਾ ਇਹ ਲੈਟਰ ਕਿ ਇਹ ਇੱਕ ਬੱਚੇ ਨੇ ਲਿਖਿਆ ਹੋਇਆ, ਲੇਕਿਨ ਇਹ 8 ਬੱਚਿਆਂ ਨੇ ਮਿਲ ਕੇ ਲਿਖਿਆ ਸੀ, ਜਿਹੜੇ ਕਿ ਬਾਬਿਆਨਾ ਸਕੂਲ ਦੇ ਵਿੱਚ ਪੜ੍ਹਦੇ ਸੀ ਔਰ ਉਹਨਾਂ ਨੇ ਨਾਲ ਆਪਣੇ ਫਾਰਮਰ ਮਤਲਬ ਕਿ ਜਿਹੜੇ ਪਾਸ ਆਊਟ ਸਕੂਲ ਮੇਟਸ ਹੁੰਦੇ ਆ ਨਾ, ਜਿਹੜੇ ਕਿ ਉਸ ਸਕੂਲ ਦੇ ਵਿੱਚੋਂ ਜਾ ਚੁੱਕੇ ਆ, ਉਹਨਾਂ ਦੀ ਹੈਲਪ ਵੀ ਨਾਲ ਲਈ ਸੀ। The book is written in the form of a letter to imaginary public school teacher. ਜਿਹੜੀ ਇਹ ਬੁੱਕ ਸੀ ਇਹ ਇੱਕ ਲੈਟਰ ਦੀ ਫਾਰਮ ਦੇ ਵਿੱਚ ਲਿਖੀ ਗਈ ਹੈ, ਬਟ ਟੂ ਇਮੈਜਨਰੀ ਪਬਲਿਕ ਸਕੂਲ ਟੀਚਰ। ਇਹ ਜਿਹੜਾ ਮਿਲਾਨੀ ਨੇ ਸਕੂਲ ਖੋਲ੍ਹਿਆ ਸੀ, ਲੋਰੈਂਜ਼ੋ ਮਿਲਾਨੀ ਨੇ ਸਕੂਲ ਖੋਲ੍ਹਿਆ ਸੀ, ਇੱਕ ਪਬਲਿਕ ਸਕੂਲ ਸੀ। ਇਟ ਵਾਜ਼ ਨਾਟ ਦਾ ਗਵਰਨਮੈਂਟ ਸਕੂਲ ਔਰ ਇਟ ਵਾਜ਼ ਨਾਟ ਦਾ ਸਕੂਲ ਓਨਡ ਬਾਈ ਐਨੀ ਗਵਰਨਮੈਂਟ ਅਥੋਰਿਟੀ, ਸੋ ਇਟ ਵਾਜ਼ ਦਾ ਪਬਲਿਕ ਸਕੂਲ। ਠੀਕ ਹੈ, ਉਹਨੇ ਲੋਰੈਂਜ਼ੋ ਮਿਲਾਨੀ ਨੇ ਇਹ ਸੋਚਿਆ ਸੀ ਕਿ ਇੱਥੋਂ ਦੇ ਗਰੀਬ ਲੋਕਾਂ ਨੂੰ ਮੈਂ ਐਜੂਕੇਸ਼ਨ ਦੇ ਕੇ ਉਹਨਾਂ ਦੀ ਅਪਲਿਫਟਮੈਂਟ ਕਰਾਂ, ਲੇਕਿਨ ਉੱਥੋਂ ਦੇ ਜਿਹੜੇ ਟੀਚਰ ਸੀ ਉਹਨਾਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਡਿਸਕਰੇਜ ਕੀਤਾ। ਪਰ ਇਹਨਾਂ ਨੇ ਕਿਸੇ ਵੀ ਇੱਕ ਸਪੈਸ਼ਲ ਟੀਚਰ ਦਾ ਨਾਮ ਨਹੀਂ ਮੈਂਸ਼ਨ ਕੀਤਾ, ਇੱਥੇ ਇਹਨਾਂ ਨੇ ਇੱਕ ਇਮੈਜਨਰੀ ਟੀਚਰ ਨੂੰ ਰੈਫਰੈਂਸ ਕਰਕੇ ਲਿਖਿਆ ਇਹ ਲੈਟਰ। ਦਿਸ ਐਬਸਟਰੈਕਟ ਹੇਅਰ ਮੀਨਸ ਦਾ ਅਨਨੋਨ ਟੀਚਰ। ਅਸੀਂ ਇੱਥੇ ਐਬਸਟਰੈਕਟ ਦਾ ਮਤਲਬ ਅਨਨੋਨ ਸਮਝਾਂਗੇ। ਹਾਊਐਵਰ ਇਜ਼ ਕੰਸਟਰਕਟਡ ਫਰੋਮ ਚਾਈਲਡਸ ਕੰਕਰੀਟ ਐਕਸਪੀਰੀਅੰਸ ਇਨ ਪਬਲਿਕ ਸਕੂਲ। ਟੀਚਰ ਚਾਹੇ ਐਬਸਟਰੈਕਟ ਹੈ, ਟੀਚਰ ਚਾਹੇ ਅਨਨੋਨ ਹੈ, ਲੇਕਿਨ ਜਿਹੜੇ ਬੱਚਿਆਂ ਨੇ ਜੋ ਇਹਦੇ ਵਿੱਚ ਮੈਂਸ਼ਨ ਕੀਤਾ ਹੈ ਉਹ ਉਹਨਾਂ ਦਾ ਅਸਲੀ ਐਕਸਪੀਰੀਅੰਸ ਹੈ, ਕੰਕਰੀਟ ਐਕਸਪੀਰੀਅੰਸ ਹੈ, ਰੀਅਲ ਐਕਸਪੀਰੀਅੰਸ ਹੈ ਉਹਨਾਂ ਦੀ ਜ਼ਿੰਦਗੀ ਦਾ ਪਬਲਿਕ ਸਕੂਲ ਦੇ ਵਿੱਚ। Although they draw on their personal experiences, the children make more than an emotional protest. ਚਾਹੇ ਉਹਨਾਂ ਨੇ ਆਪਣੇ ਪਰਸਨਲ ਐਕਸਪੀਰੀਐਂਸਿਸ ਨੂੰ ਲੈ ਕੇ ਸਾਰਾ ਕੁਛ ਲਿਖਿਆ ਹੈ, ਦੇ ਡਰਾ ਔਨ ਮਤਲਬ ਕਿ ਸਾਰੀ ਇੰਸਪੀਰੇਸ਼ਨ, ਸਾਰੀ ਇਨਫੋਰਮੇਸ਼ਨ ਉਹਨਾਂ ਨੇ ਪਰਸਨਲ ਐਕਸਪੀਰੀਐਂਸ ਤੋਂ ਲਿਖੀ ਹੈ, ਲੇਕਿਨ ਚਿਲਡਰਨ ਮੇਕ ਮੋਰ ਦੈਨ ਐਨ ਇਮੋਸ਼ਨਲ ਪ੍ਰੋਟੈਸਟ। ਇਹਦੇ ਵਿੱਚ ਇਮੋਸ਼ਨਲ ਪ੍ਰੋਟੈਸਟ ਸਿਰਫ ਆਪਣੀ ਇਮੋਸ਼ਨਸ ਨਹੀਂ ਹੈ, ਇਸ ਤੋਂ ਵੀ ਜ਼ਿਆਦਾ ਇੱਕ ਬੱਚਿਆਂ ਨੇ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। They present in the book, which took them 1 year to write, compelling evidence in the form of extensive statistical data, tables and graphics to expose the mechanisms used by schools to discriminate against poor and working class children. ਇਹ ਜਿਹੜੀ ਬੁੱਕ ਸੀ ਨਾ ਉਹਨਾਂ ਨੇ ਲਿਖੀ, ਇਹਨੂੰ ਬਣਾਉਣ ਨੂੰ ਉਹਨਾਂ ਨੂੰ 1 ਸਾਲ ਲੱਗਾ ਔਰ ਇਹਦੇ ਵਿੱਚ ਉਹਨਾਂ ਨੇ ਕੰਪੈਲਿੰਗ ਐਵੀਡੈਂਸ ਦਿੱਤੇ ਹੈ। ਐਵੀਡੈਂਸ ਮਤਲਬ ਪ੍ਰੂਫ, ਕੰਪੈਲਿੰਗ ਮਤਲਬ ਜਿਹਨੂੰ ਤੁਸੀਂ ਮੰਨਣ ਦੇ ਲਈ ਮਜਬੂਰ ਹੋ ਜਾਂਦੇ ਆ, ਕੰਪੈਲ ਹੋ ਜਾਂਦੇ, ਮਜਬੂਰ ਹੋ ਜਾਂਦੇ, ਇੱਦਾਂ ਦੇ ਸਬੂਤ ਦਿੱਤੇ ਆ। ਉਹਨਾਂ ਨੇ ਸਿਰਫ ਗੱਲਾਂ ਨਹੀਂ ਲਿਖੀਆਂ, ਉਹਨਾਂ ਨੇ ਡਾਟਾ ਵੀ ਦਿੱਤਾ ਹੋਇਆ ਕਿ ਇੰਨੇ % ਬੱਚਿਆਂ ਨਾਲ ਇੰਨੇ % ਬੱਚੇ ਫੇਲ ਹੋਏ, ਸਿਰਫ ਇੰਨੇ % ਪਾਸ ਹੋਏ। ਜਿਹੜੇ ਪਾਸ ਹੋਏ ਉਹਨਾਂ ਦੀਆਂ ਫੈਮਲੀਜ਼ ਕੌਣ ਸੀ, ਜਿਹੜੇ ਫੇਲ ਹੋਏ ਉਹਨਾਂ ਦੀਆਂ ਫੈਮਲੀਜ਼ ਕੌਣ ਸੀ, ਇਸ ਤਰ੍ਹਾਂ ਦਾ ਡਾਟਾ ਦਿੱਤਾ ਹੋਇਆ ਆ। ਟੇਬਲਸ ਵੀ ਬਣਾਏ ਹੋਏ ਆ, ਜਿਸ ਤਰ੍ਹਾਂ ਆਪਾਂ ਨਾ ਮੈਥਸ ਆ, ਜਿਹੜਾ ਮੈਥਸ ਦੇ ਜਿਹੜੇ ਫੈਕਟ ਹੈ ਜਾਂ ਨੰਬਰ ਹੈ ਉਹਨਾਂ ਨੂੰ ਅਸੀਂ ਝੁਠਲਾ ਨਹੀਂ ਸਕਦੇ ਕਦੇ ਵੀ, ਉਹ ਫਿਕਸਡ ਹੁੰਦੇ ਆ। ਇਸ ਤਰ੍ਹਾਂ ਇਹਨਾਂ ਨੇ ਨੰਬਰਸ, ਡਾਟਾ, ਟੇਬਲਸ, ਗ੍ਰਾਫਿਕਸ ਮਤਲਬ ਗ੍ਰਾਫਸ ਦਾ ਯੂਜ਼ ਕਰਕੇ ਐਕਸਪੋਜ਼ ਕੀਤਾ ਆ ਕਿ ਕਿਸ ਤਰ੍ਹਾਂ ਦਾ ਸਿਸਟਮ, ਕਿਸ ਤਰ੍ਹਾਂ ਦਾ ਮਕੈਨਿਜ਼ਮ ਸਿਸਟਮ ਯੂਜ਼ ਕੀਤਾ ਸਕੂਲਸ ਨੇ ਟੂ ਡਿਸਕ੍ਰਿਮੀਨੇਟ, ਭੇਦਭਾਵ ਕਰਨ ਦੇ ਲਈ ਗਰੀਬ ਬੱਚਿਆਂ ਦੇ ਵਿੱਚ ਅਤੇ ਵਰਕਿੰਗ ਕਲਾਸ ਚਿਲਡਰਨ ਜਿਨ੍ਹਾਂ ਦੇ ਪੇਰੈਂਟਸ ਵਰਕਿੰਗ ਸੀ ਉਹਨਾਂ ਦੇ ਵਿੱਚ। Although written as a letter to an imaginary teacher, the book is written to be useful to everyone. ਇਹ ਚਾਹੇ ਬੁੱਕ ਉਹਨਾਂ ਨੇ ਕਿਸੇ ਇੱਕ ਇਮੈਜਨਰੀ ਟੀਚਰ ਨੂੰ ਲਿਖੀ ਸੀ, ਬਟ ਇਹ ਜਿਹੜੀ ਬੁੱਕ ਹੈ ਹਰ ਕਿਸੇ ਦੇ ਲਈ ਫਾਇਦੇਮੰਦ ਹੈ।
As the boy says in the dedication, this book is not written for teachers but for parents. It is a call for them to organize. ਉਹਨਾਂ ਨੇ ਜਦੋਂ ਇਹ ਬੁੱਕ ਡੈਡੀਕੇਟ ਕੀਤੀ ਹੈ ਨਾ, ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਕਿ ਇਹ ਬੁੱਕ ਸਿਰਫ ਟੀਚਰਸ ਦੇ ਲਈ ਨਹੀਂ ਲਿਖੀ ਗਈ. This is not written for teachers but parents ਦੇ ਲਈ ਲਿਖੀ ਗਈ ਹੈ. It is call for them to organize, ਤਾਂ ਕਿ ਪੇਰੈਂਟਸ ਜਿਹੜੇ ਆ ਉਹ ਗਾਈਡ, ਉਹਨਾਂ ਨੂੰ ਉਹ ਮੋਟੀਵੇਸ਼ਨ ਲੈਣ ਅਤੇ ਇਕੱਠੇ ਹੋਣ ਅਤੇ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਸਹੀ ਐਜੂਕੇਸ਼ਨ ਨਹੀਂ ਮਿਲ ਰਹੀ, ਉਹਨਾਂ ਨੂੰ ਸਹੀ ਐਜੂਕੇਸ਼ਨ ਦਿਲਾਉਣ ਦੇ ਲਈ ਔਰਗੇਨਾਈਜ਼ ਹੋ ਕੇ ਐਫਰਟ ਕਰਨ. So let's see what they have written in this. Letter to a teacher. Dear Miss, you won't remember my name. You won't remember me or my name. You have failed so many of us. ਉੱਥੇ ਸਿਰਫ ਲਿਖਿਆ ਹੈ dear miss, no name. So it is an imaginary teacher. ਤੇ ਉਹ ਕਹਿੰਦੇ ਆ ਕਿ ਤੁਹਾਨੂੰ ਨਹੀਂ ਯਾਦ ਹੋਣਾ ਕਿ ਮੈਂ ਕੌਣ ਆ, ਨਾ ਹੀ ਤੁਹਾਨੂੰ ਮੇਰਾ ਨਾਮ ਪਤਾ ਹੋਣਾ ਆ. ਅਸੀਂ ਉਹ ਆ ਜਿਨ੍ਹਾਂ ਨੂੰ ਤੁਸੀਂ ਸਾਨੂੰ ਕਾਫੀ ਜਾਣਿਆਂ ਨੂੰ ਫੇਲ ਕੀਤਾ ਸੀ ਨਾ, ਉਹਨਾਂ ਦੇ ਵਿੱਚੋਂ ਹਾਂ ਮੈਂ ਇੱਕ. On the other hand, I have often had thoughts about you. ਕਹਿੰਦੇ ਤੁਸੀਂ ਸਾਨੂੰ ਨਹੀਂ ਯਾਦ ਕੀਤਾ ਕਦੇ ਵੀ, ਤੁਹਾਨੂੰ ਨਹੀਂ ਯਾਦ ਮੈਂ ਕੌਣ ਆ, ਪਰ ਮੈਂ ਕਹਿੰਦਾ ਤੁਹਾਡੇ ਬਾਰੇ ਬਹੁਤ ਸੋਚਦਾ ਰਹਿੰਦਾ ਆ. ਐਂਡ ਅਦਰ ਟੀਚਰਸ, ਤੁਹਾਡੇ ਬਾਰੇ ਅਤੇ ਹੋਰ ਟੀਚਰਸ ਦੇ ਬਾਰੇ ਵੀ. ਐਂਡ ਅਬਾਊਟ ਦੈਟ ਇੰਸਟੀਟਿਊਸ਼ਨ ਵਿਚ ਯੂ ਕਾਲ ਸਕੂਲ ਐਂਡ ਅਬਾਊਟ ਦ ਬॉयਜ਼ ਦੈਟ ਯੂ ਫੀਲ. ਕਹਿੰਦੇ ਮੈਂ ਕਿਹਦੇ ਬਾਰੇ ਸੋਚਦਾ ਰਹਿੰਦਾ, ਅਬਾਊਟ ਯੂ, ਹੋਰ ਟੀਚਰਸ ਦੇ ਬਾਰੇ, ਉਹ ਇੰਸਟੀਟਿਊਸ਼ਨ ਜਿਹਨੂੰ ਤੁਸੀਂ ਸਕੂਲ ਦਾ ਨਾਮ ਦਿੱਤਾ ਹੋਇਆ ਆ, ਅਤੇ ਉਹਨਾਂ ਬॉयਜ਼ ਨੂੰ ਜਿਨ੍ਹਾਂ ਨੂੰ ਤੁਸੀਂ ਫੇਲ ਕਰ ਦਿੱਤਾ. ਇਹਨਾਂ ਸਭ ਦੇ ਬਾਰੇ ਮੈਂ ਸੋਚਦਾ ਰਹਿੰਦਾ ਹਾਂ. You fail us right out into the fields and factories and then forget us. ਕਹਿੰਦੇ ਤੁਸੀਂ ਸਾਨੂੰ ਫੇਲ ਕਰਕੇ ਭੁੱਲ ਗਏ ਅਤੇ ਸਾਨੂੰ ਫਿਰ ਕਿੱਥੇ ਜਾਣਾ ਪਿਆ, ਫੀਲਡਸ ਦੇ ਵਿੱਚ, ਖੇਤਾਂ ਦੇ ਵਿੱਚ ਕੰਮ ਕਰਨਾ ਪਿਆ, ਫੈਕਟਰੀਜ਼ ਦੇ ਵਿੱਚ ਕੰਮ ਕਰਨਾ ਪਿਆ. ਆਪਣੀ ਘਰ ਦੀ ਇਕਨੋਮਿਕ ਕੰਡੀਸ਼ਨ ਨੂੰ ਠੀਕ ਕਰਨ ਦੇ ਲਈ ਸਾਨੂੰ ਪੜ੍ਹਾਈ ਨਾ ਹੋਣ ਕਰਕੇ, ਐਜੂਕੇਸ਼ਨ ਮਿਲੀ ਨਾ ਹੋਣ ਕਰਕੇ, ਕਿਉਂਕਿ ਅਸੀਂ ਫੇਲ ਹੋ ਗਏ, ਸਾਡੇ ਲਈ ਕੋਈ ਜੋਬ ਨਹੀਂ, ਸਾਨੂੰ ਇਹ ਕੰਮ ਕਰਨੇ ਪਏ. While giving test, you walk up and down between the rows of desks and see me in trouble and making mistakes, but you never said a word. ਕਹਿੰਦੇ ਕਿ ਜਦੋਂ ਵੀ ਕਦੇ ਟੈਸਟ ਹੁੰਦਾ ਸੀ, ਤੁਸੀਂ ਜਿਸ ਤਰ੍ਹਾਂ ਬੱਚਿਆਂ ਦੇ ਡੈਸਕ ਲੱਗੇ ਹੁੰਦੇ ਆ ਨਾ, ਵਿੱਚ ਸਪੇਸ ਹੁੰਦੀ ਹੈ ਜਿਹ 'ਚ ਟੀਚਰ ਮੂਵ ਕਰ ਸਕਦਾ ਹੈ, ਦੇਖ ਸਕਦਾ ਹੈ ਨਾ, ਤੁਸੀਂ ਕਹਿੰਦੇ ਇਸ ਤਰ੍ਹਾਂ ਅਪ ਐਂਡ ਡਾਊਨ ਡੈਸਕਸ ਦੇ ਬਿਟਵੀਨ ਮੂਵ ਕਰਦੇ ਹੁੰਦੇ ਸੀ, ਅਤੇ ਤੁਹਾਨੂੰ ਵੀ ਪਤਾ ਹੁੰਦਾ ਸੀ ਕਿ ਮੈਂ ਮੁਸ਼ਕਿਲ ਦੇ ਵਿੱਚ ਹਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਅਤੇ ਮੈਂ ਕੁਝ ਗਲਤੀ ਕਰ ਰਿਹਾ ਹਾਂ, ਪਰ ਕਦੇ ਵੀ ਤੁਸੀਂ ਇੱਕ ਸ਼ਬਦ ਨਹੀਂ ਸੀ ਮੂੰਹੋਂ ਕਿਹਾ ਮੈਨੂੰ ਕਰੈਕਟ ਕਰਨ ਦੇ ਲਈ. I have the same situation at home. No one to turn to for help for miles around. No books, no telephone. ਕਹਿੰਦੇ ਸਕੂਲ ਦੇ ਵਿੱਚ ਤੁਸੀਂ ਸਾਡੀ ਹੈਲਪ ਨਹੀਂ ਕਰਦੇ, ਘਰ ਦੇ ਵਿੱਚ ਵੀ ਮੇਰੀ ਸੇਮ ਸਿਚੁਏਸ਼ਨ ਹੈ, ਘਰ ਦੇ ਵਿੱਚ ਵੀ ਮੇਰੇ ਕੋਲ ਕੋਈ ਨਹੀਂ ਹੈ ਮੇਰੀ ਹੈਲਪ ਕਰਨ ਦੇ ਲਈ. ਮਾਈਲਸ ਅਰਾਊਂਡ, ਦੂਰ ਤੱਕ ਕੋਈ ਨਹੀਂ ਹੈ ਮੇਰੀ ਹੈਲਪ ਕਰਨ ਦੇ ਲਈ. ਨਾ ਹੀ ਸਾਡੇ ਕੋਲ ਬੁੱਕਸ ਹੈ ਅਤੇ ਨਾ ਹੀ ਸਾਡੇ ਘਰ ਦੇ ਵਿੱਚ ਟੈਲੀਫੋਨ ਹੈ ਜਿਹਦੀ ਅਸੀਂ ਹੈਲਪ ਲੈ ਸਕਦੇ ਹਾਂ. ਨਾਓ ਹੇਅਰ ਆਈ ਐਮ ਇਨ ਸਕੂਲ. I came from far away to be taught. Here I don't have to deal with my mother who promised to keep quiet and then interrupted me 100 times. ਕਹਿੰਦੇ ਅਸੀਂ ਇੱਥੇ ਸਕੂਲ ਦੇ ਵਿੱਚ ਆਏ ਸੀ. We came in the school. ਮੈਂ ਸਕੂਲ ਦੇ ਵਿੱਚ ਆ ਗਿਆ. Now here I am in school. ਬਹੁਤ ਉਮੀਦਾਂ ਦੇ ਨਾਲ ਅਸੀਂ ਸਕੂਲ ਦੇ ਵਿੱਚ ਆਏ ਸੀ. ਇੱਥੇ ਕਿਉਂ ਆਏ ਸੀ? I came from far away. ਕਹਿੰਦੇ ਬਹੁਤ ਦੂਰ ਤੋਂ ਇੱਥੇ ਸਕੂਲ ਦੇ ਵਿੱਚ ਆਏ ਸੀ. ਕਿਉਂ ਆਏ ਸੀ? To be taught, ਤਾਂ ਕਿ ਸਾਨੂੰ ਪੜ੍ਹਾਇਆ ਜਾ ਸਕੇ. ਕਹਿੰਦੇ ਇੱਥੇ ਮੇਰੀ ਮਦਰ ਵੀ ਨਹੀਂ ਸੀ ਜਿਹਨੂੰ ਮੈਨੂੰ ਡੀਲ ਕਰਨਾ ਪੈਣਾ ਸੀ, ਜਿਹਦੀ ਕੋਈ ਮੈਨੂੰ ਗੱਲ ਸੁਣਨੀ ਪੈ ਰਹੀ ਸੀ, ਜਿਹੜੀ ਕਿ ਪ੍ਰੋਮਿਸ ਕਰਦੀ ਸੀ ਮੈਨੂੰ ਕਿ ਮੈਂ ਹੁਣ ਚੁੱਪ ਰਵਾਂਗੀ, ਤੈਨੂੰ ਇੰਟਰਪਟ ਨਹੀਂ ਕਰਾਂਗੀ ਪੜ੍ਹਦੇ ਨੂੰ, ਲੇਕਿਨ ਉਹ ਮੈਨੂੰ ਕਾਫੀ 100 ਟਾਈਮਸ ਫਿਰ ਵੀ ਇੰਟਰਪਟ ਕਰ ਦਿੰਦੀ ਸੀ ਪ੍ਰੋਮਿਸ ਕਰਨ ਤੋਂ ਬਾਅਦ. ਸੋ ਆਈ ਹੈਵ ਟੂ ਲਿਸਨ ਟੂ ਮਾਈ ਮਦਰ ਐਂਡ ਉਹਦੀਆਂ ਵੀ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਸੀ. ਬਟ ਸਕੂਲ ਜਦੋਂ ਆਏ ਸੀ ਅਸੀਂ ਇੰਨੀ ਦੂਰ ਤੋਂ, ਅਸੀਂ ਇਹ ਸੋਚਿਆ ਸੀ ਕਿ ਵੀ ਵਿਲ ਬੀ ਟੌਟ ਹੇਅਰ. ਮਾਈ ਸਿਸਟਰਸ ਲਿਟਲ ਬॉय ਇਜ਼ ਨਾਟ ਹੇਅਰ ਟੂ ਆਸਕ ਫॉर ਮੀ ਫॉर ਹੈਲਪ ਵਿਦ ਹਿਸ ਹੋਮਵਰਕ. ਅਤੇ ਨਾ ਹੀ ਇੱਥੇ ਕਹਿੰਦੇ ਮੇਰੀ ਸਿਸਟਰ ਦਾ ਛੋਟਾ ਜਿਹਾ ਬੱਚਾ ਹੈਗਾ ਆ, ਮੇਰਾ ਸਿਸਟਰ ਦਾ ਛੋਟਾ ਜਿਹਾ ਲੜਕਾ ਵੀ ਇੱਥੇ ਨਹੀਂ ਹੁੰਦਾ ਸਕੂਲ ਦੇ ਵਿੱਚ, ਜਿਹੜਾ ਕਿ ਮੈਨੂੰ ਬਾਰ ਬੁਲਾਉਂਦਾ ਰਹਿੰਦਾ ਆ ਹੈਲਪ ਦੇ ਲਈ ਆਪਣੇ ਹੋਮਵਰਕ ਦੇ ਵਿੱਚ. ਹੇਅਰ ਆਈ ਹੈਵ ਸਾਇਲੈਂਸ ਐਂਡ ਗੁੱਡ ਲਾਈਟ ਐਂਡ ਡੈਸਕ ਆਲ ਟੂ ਮਾਈ ਸੈਲਫ, ਜੋ ਕਿ ਪ੍ਰਾਈਵੇਟ ਸਕੂਲਸ ਦੇ ਵਿੱਚ ਹੁੰਦਾ ਹੀ ਹੈ ਨਾ, ਕਿ ਇੱਥੇ ਮੈਨੂੰ ਸਾਇਲੈਂਸ ਵੀ ਮਿਲੀ ਸੀ ਪੜ੍ਹਨ ਦੇ ਲਈ, ਅੱਛੀਆਂ ਲਾਈਟਸ ਵੀ ਹੈ, ਠੀਕ ਹੈ, ਗੁੱਡ ਲਾਈਟ
ਐਂਡ ਮਤਲਬ ਕਿ ਪੂਰੀ ਰੋਸ਼ਨੀ ਸੀ ਤਾਂ ਕਿ ਮੈਂ ਅੱਛੀ ਤਰ੍ਹਾਂ ਦੇਖ ਕੇ ਪੜ੍ਹ ਸਕਾਂ, ਐਂਡ ਡੈਸਕ ਵੀ ਮੈਨੂੰ ਮਿਲਿਆ ਸੀ ਆਲ ਟੂ ਮਾਈ ਸੈਲਫ। And ever there, a few steps away you stand, you know all these things, you are paid to help me। ਕਹਿੰਦੇ ਕਿ ਜਦੋਂ ਅਸੀਂ ਡੈਸਕ ਤੇ ਬੈਠਦੇ ਹਾਂ, ਕੁਝ ਦੂਰੀ ਤੇ, ਕੁਝ ਸਟੈਪਸ ਦੀ ਦੂਰੀ ਤੇ ਤੁਸੀਂ ਹੁੰਦੇ ਆ, ਤੁਸੀਂ ਖੜੇ ਸੀ, ਤੁਹਾਨੂੰ ਸਾਰੀ ਸਿਚੁਏਸ਼ਨ ਪਤਾ ਸੀ ਸਾਡੇ ਘਰ ਦੀ, ਤੇ ਤੁਹਾਨੂੰ ਪੈਸੇ ਵੀ ਦਿੱਤੇ ਜਾਂਦੇ ਸੀ ਮੈਨੂੰ ਹੈਲਪ ਕਰਨ ਦੇ ਲਈ। ਇੰਸਟੈਡ ਯੂ ਵੇਸਟ ਯੋਰ ਟਾਈਮ ਕੀਪਿੰਗ ਮੀ ਅੰਡਰ ਗਾਰਡ ਐਜ਼ ਇਫ ਆਈ ਵਰ ਥੀਵ। ਲੇਕਿਨ ਤੁਸੀਂ ਕਹਿੰਦੇ ਪੜ੍ਹਾਉਣ ਦੀ ਬਜਾਏ ਟਾਈਮ ਵੇਸਟ ਕਰਦੇ ਰਹੇ ਮੈਨੂੰ, ਟੂ ਕੀਪ ਮੀ ਅੰਡਰ ਗਾਰਡ, ਟੂ ਕੀਪ ਮੀ ਅੰਡਰ ਸੁਪਰਵਿਜ਼ਨ, ਮੈਨੂੰ ਗਾਰਡ ਕਰਨ ਦੇ ਲਈ ਮੇਰੀ ਸੁਪਰਵਿਜ਼ਨ ਕਰਦੇ ਰਹੇ, ਜਿਸ ਤਰ੍ਹਾਂ ਮੈਂ ਕੋਈ ਚੋਰ ਹੁੰਦਾ ਆ ਜਿਹਨੂੰ ਤੁਸੀਂ ਇੱਕਦਮ ਪਕੜ ਲੈਣਾ ਹੁੰਦਾ ਆ ਚੋਰੀ ਕਰਦੇ, ਮਤਲਬ ਜਦੋਂ ਬਹੁਤ ਧਿਆਨ ਨਾਲ ਸੁਪਰਵਿਜ਼ਨ ਕਰਦੇ ਆ ਕਿ ਹੁਣ ਇਹ ਗਲਤੀ ਕਰੇ ਅਤੇ ਮੈਂ ਪਕੜਾਂ। ਸੋ ਇਸ ਤਰ੍ਹਾਂ ਕਹਿੰਦੇ ਤੁਸੀਂ ਸਾਡੇ ਨਾਲ ਬਿਹੇਵ ਕੀਤਾ। ਯੂ ਨੋ ਈਵਨ ਲੈਸ ਅਬਾਊਟ ਮੈਨ ਦੈਨ ਵੀ ਡੂ। ਕਹਿੰਦੇ ਕਿ ਜਿੰਨਾ ਅਸੀਂ ਕਿਸੇ ਆਪਣੇ ਆਸ-ਪਾਸ ਦੇ ਲੋਕਾਂ ਦੇ ਬਾਰੇ, ਇਨਸਾਨਾਂ ਦੇ ਬਾਰੇ ਜਾਣਦੇ ਹਾਂ, ਸੋ ਤੁਹਾਨੂੰ ਤਾਂ ਉਨਾ ਵੀ ਨਹੀਂ ਪਤਾ। The lift serves as a good machine for ignoring people in your building। ਕਹਿੰਦੇ ਤੁਹਾਡੀ ਬਿਲਡਿੰਗ ਦੇ ਵਿੱਚ ਤਾਂ ਲਿਫਟ ਲੱਗੀ ਹੋਈ ਹੈ, ਔਰ ਇਹ ਲਿਫਟ ਤੁਹਾਡੇ ਕੋਲ ਇੱਕ ਵਧੀਆ ਰਾਸਤਾ ਹੈ, ਬਹੁਤ ਵਧੀਆ ਜ਼ਰੀਆ ਆ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਇਗਨੋਰ ਕਰ ਸਕਦੇ ਆ, ਤੁਹਾਨੂੰ ਕਿਸੇ ਨੂੰ ਰਾਸਤੇ ਦੇ ਵਿੱਚ ਮਿਲਣਾ ਨਹੀਂ ਪੈਂਦਾ। ਲਿਫਟ 'ਤੇ ਆਪਣੇ ਘਰ ਤੋਂ ਨਿਕਲ ਕੇ, ਆਪਣੇ ਘਰ ਦੇ ਬਿਲਡਿੰਗ ਦੇ ਵਿੱਚ ਆਪਣੇ ਘਰ ਤੋਂ ਨਿਕਲ ਕੇ ਤੁਸੀਂ ਲਿਫਟ ਦੇ ਵਿੱਚ ਆ ਜਾਂਦੇ ਆ, ਲਿਫਟ ਤੋਂ ਨੀਚੇ ਉਤਰ ਕੇ ਤੁਸੀਂ ਕੰਮ 'ਤੇ ਚਲੇ ਜਾਂਦੇ ਆ, ਤੁਸੀਂ ਕਿਸੇ ਨੂੰ ਮਿਲਦੇ ਨਹੀਂ ਆ, ਔਰ ਇਹ ਬਹੁਤ ਵਧੀਆ ਤਰੀਕਾ ਹੈ ਲੋਕਾਂ ਨੂੰ ਇਗਨੋਰ ਕਰਨ ਦਾ। the car for ignoring people who travel in buses। ਕਹਿੰਦੇ ਫਿਰ ਤੁਹਾਡੇ ਕੋਲ ਕਾਰ ਹੁੰਦੀ ਹੈ ਟਰੈਵਲ ਕਰਨ ਦੇ ਲਈ, ਔਰ ਜਦੋਂ ਤੁਸੀਂ ਬੱਸਿਸ ਦੇ ਵਿੱਚ ਜਾਂਦੇ ਆ ਯੂ ਗੈਟ ਟੂ ਮੀਟ ਪੀਪਲ, ਹੈ ਨਾ, ਜਾਣ ਪਛਾਣ ਵੀ ਬਣ ਜਾਂਦੀ ਹੈ। ਲੇਕਿਨ ਕਹਿੰਦੇ ਤੁਹਾਡੇ ਕੋਲ ਕਾਰ ਹੈ, ਆਪਣੀ ਪਰਸਨਲ ਕਾਰ ਹੈ, ਤੁਸੀਂ ਉਹਦੇ ਵਿੱਚ ਟਰੈਵਲ ਕਰਦੇ ਹੋ ਅਤੇ ਤੁਹਾਨੂੰ ਬੱਸਿਸ ਦੇ ਵਿੱਚ ਵੀ ਨਹੀਂ ਜਾਣਾ ਪੈਂਦਾ, ਤੁਸੀਂ ਲੋਕਾਂ ਨੂੰ ਇਗਨੋਰ ਕਰ ਸਕਦੇ ਹੋ। The telephone for avoiding seeing people's faces or entering their homes। ਜਦੋਂ ਕਹਿੰਦੇ ਤੁਸੀਂ ਕਿਸੇ ਦੇ ਘਰ ਵੀ ਨਹੀਂ ਜਾਂਦੇ, ਠੀਕ ਹੈ, ਔਰ ਕਿਸੇ ਦਾ ਤੁਹਾਨੂੰ ਫੇਸ ਵੀ ਨਹੀਂ ਦੇਖਣਾ ਪੈਂਦਾ ਕਿਉਂਕਿ ਤੁਹਾਡੇ ਕੋਲ ਟੈਲੀਫੋਨ ਹੈ, ਤੁਸੀਂ ਜੇ ਕਿਸੇ ਨੂੰ ਨਾਲ ਕੋਈ ਗੱਲ ਕਰਨੀ ਹੈ ਟੈਲੀਫੋਨ 'ਤੇ ਕਰ ਲੈਂਦੇ ਹੋ। ਸੋ ਇਹ ਇਨ ਦਿਸ ਪੈਸੇਜ ਉਹ ਇਹ ਕਹਿਣਾ ਚਾਹ ਰਿਹਾ ਆ ਕਿ ਤੁਸੀਂ ਜਿਹੜਾ ਆ ਤੁਹਾਡੀ ਸੋਸ਼ਲ ਲਾਈਫ ਕੁਛ ਵੀ ਨਹੀਂ ਹੈ। ਅਸੀਂ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਅਸੀਂ ਇੱਕ ਦੂਜੇ ਦੀ ਹੈਲਪ ਕਰਦੇ ਹਾਂ, ਵੀ ਨੋ ਲੋਟ ਆਫ ਅਬਾਊਟ ਅਦਰ ਪੀਪਲ, ਲੇਕਿਨ ਐਜ਼ ਕੰਪੇਅਰ ਟੂ ਦੈਟ ਜਿਹੜਾ ਟੀਚਰ ਹੈ ਉਹਨਾਂ ਦੀ ਸੋਸ਼ਲ ਲਾਈਫ ਕੁਛ ਵੀ ਨਹੀਂ ਹੈ। ਟੀਚਰ ਨੂੰ ਆਪਣੀ ਸੁਸਾਇਟੀ ਦੀ ਕੋਈ ਨੌਲੇਜ ਹੀ ਨਹੀਂ ਹੈ ਕਿ ਉਹਨੂੰ ਲੋਕਾਂ ਦੇ ਵਿੱਚ ਵਿਚਰਨਾ ਹਜੇ ਆਉਂਦਾ ਹੀ ਨਹੀਂ ਹੈ। I don't know about you, but your students who know Cicero, how many families of living men do they know intimately। ਕਹਿੰਦੇ I don't know about you, ਤੁਹਾਡੇ ਬਾਰੇ ਤਾਂ ਨਹੀਂ ਚਲੋ ਮੈਨੂੰ ਪਤਾ, but your students who know Cicero। ਸਿਸਰੋ ਕੌਣ ਸੀ? ਰੋਮਨ ਆਥਰ ਸੀ ਇੱਕ, ਜਿਹਦਾ ਵਰਕ ਅਸੀਂ ਇਨਕਲੂਡ ਕੀਤਾ ਹੁੰਦਾ ਸਕੂਲ ਐਜੂਕੇਸ਼ਨ ਸਿਸਟਮ ਦੇ ਵਿੱਚ। ਫੋਰ ਐਗਜ਼ਾਮਪਲ ਅਸੀਂ ਮਹਾਤਮਾ ਗਾਂਧੀ ਨੂੰ ਇਨਕਲੂਡ ਕਰਦੇ ਹਾਂ ਆਪਣੇ ਸਕੂਲ ਐਜੂਕੇਸ਼ਨ ਸਿਸਟਮ ਦੇ ਵਿੱਚ, ਠੀਕ ਹੈ, ਅਸੀਂ ਵਿਲੀਅਮ ਸ਼ੇਕਸਪੀਅਰ ਨੂੰ ਇਨਕਲੂਡ ਕਰਦੇ ਹਾਂ ਸਕੂਲ ਐਜੂਕੇਸ਼ਨ ਸਿਸਟਮ ਦੇ ਵਿੱਚ। ਇਸ ਤਰ੍ਹਾਂ ਉਸ ਟਾਈਮ ਉਹਨਾਂ ਬੱਚਿਆਂ ਨੂੰ ਸਿਸਰੋ ਪੜ੍ਹਾਇਆ ਜਾਂਦਾ ਸੀ। ਕਹਿੰਦੇ ਤੁਹਾਨੂੰ ਉਹ ਸਕੂਲ ਸਟੂਡੈਂਟਸ ਅੱਛੇ ਲੱਗਦੇ ਆ ਆਪਣੇ ਜਿਨ੍ਹਾਂ ਨੂੰ ਸਾਰੀ ਨੌਲੇਜ ਹੈ, ਸਿਸਰੋ ਬਾਰੇ ਸਾਰੀ ਨੌਲੇਜ ਆ, ਠੀਕ ਹੈ। ਕਹਿੰਦੇ ਮੈਂ ਮੰਨਦਾ ਹਾਂ ਕਿ ਉਹਨਾਂ ਨੂੰ ਸਿਸਰੋ ਦੀ ਨੌਲੇਜ ਹੈ, ਬਟ ਹਾਊ ਮੈਨੀ ਫੈਮਲੀਜ਼ ਆਫ ਲਿਵਿੰਗ ਮੈਨ, ਸਿਸਰੋ ਤੇ ਮਰ ਚੁੱਕਾ ਹੈ, ਸਿਸਰੋ ਇਜ਼ ਨੋ ਮੋਰ। ਜਿਹੜੇ ਇਨਸਾਨ ਇਸ ਟਾਈਮ ਜ਼ਿੰਦਾ ਹੈ ਇਸ ਧਰਤੀ ਦੇ ਉੱਤੇ, ਹਾਊ ਮੈਨੀ ਫੈਮਲੀਜ਼ ਆਫ ਲਿਵਿੰਗ ਮੈਨ ਡੂ ਦੇ ਨੋ ਇੰਟੀਮੇਟਲੀ। ਇੰਟੀਮੇਟਲੀ ਮੀਨਸ ਵੈਰੀ ਕਲੋਜ਼ਲੀ। ਕਹਿੰਦੇ ਕਿ ਉਹਨਾਂ ਨੂੰ ਸਿਸਰੋ ਬਾਰੇ ਤਾਂ ਪਤਾ ਹੈ ਜਿਹੜਾ ਕਿ ਇਸ ਧਰਤੀ 'ਤੇ ਹੈ ਹੀ ਨਹੀਂ। ਜਿਹੜੇ ਇਸ ਧਰਤੀ 'ਤੇ ਲੋਕ ਹੈਗੇ ਆ ਉਹਨਾਂ ਵਿੱਚੋਂ ਕਿੰਨੀਆਂ ਫੈਮਲੀਜ਼ ਨੂੰ ਬਹੁਤ ਕਲੋਜ਼ਲੀ ਜਾਣਦੇ ਆ। ਹਾਊ ਮੈਨੀ ਆਫ ਦੇਅਰ ਕਿਚਨਸ ਦੇ ਹੈਵ ਵਿਜ਼ਿਟਡ, ਕਿੰਨਿਆਂ ਦੀਆਂ ਕਹਿੰਦੇ ਕਿਚਨਸ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ ਆ। ਹਾਊ ਮੈਨੀ ਆਫ ਦੇਅਰ ਸਿਕ ਹੈਵਸ ਦੇ ਸੈਟ ਥਰੂ ਨਾਈਟ, ਕਹਿੰਦੇ ਜਦੋਂ ਕੋਈ ਬਿਮਾਰ ਪੈ ਜਾਂਦਾ ਆ ਉਹ ਰਾਤ ਨੂੰ ਕਿੰਨਿਆਂ ਕੁ ਬਿਮਾਰਾਂ ਦੇ ਕੋਲ ਉਹ ਜਾ ਕੇ ਬੈਠੇ ਆ। ਹਾਊ ਮੈਨੀ ਆਫ ਦੇਅਰ ਡੈਡ ਹੈਵ ਦੇ ਵੋਨ ਔਨ ਦੇਅਰ ਸ਼ੋਲਡਰਸ, ਕਿੰਨਿਆਂ ਦੀ ਡੈਡ ਬੋਡੀਜ਼ ਨੂੰ ਕਹਿੰਦੇ ਉਹ ਉਠਾ ਕੇ ਆਪਣੇ ਸ਼ੋਲਡਰਸ 'ਤੇ ਬੋਨ ਕਰਨਾ ਮਤਲਬ ਸਪੋਰਟ ਕਰਕੇ ਲੈ ਕੇ ਗਏ ਆ। ਹਾਊ ਮੈਨੀ ਕੈਨ ਦੇ ਟਰਸਟ ਵੈਨ ਦੇ ਆਰ ਇਨ ਡਿਸਟਰੈਸ ਮਤਲਬ ਸੈਡ ਜਾਂ ਇਨ ਡਿਫੀਕਲਟ ਸਿਚੁਏਸ਼ਨ। ਕਹਿੰਦੇ ਉਹ ਕਿੰਨੇ ਕੁ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲੋਕ ਹੈਗੇ ਆ ਜਿਨ੍ਹਾਂ ਨੂੰ ਉਹ ਟਰਸਟ ਕਰ ਸਕਦੇ, ਵਿਸ਼ਵਾਸ ਕਰ ਸਕਦੇ ਆ ਜਦੋਂ ਉਹਨਾਂ 'ਤੇ ਕੋਈ ਪ੍ਰੋਬਲਮ ਪਏਗੀ।
ਸੋ ਇੱਥੇ ਇਹਨਾਂ ਸਿਚੁਏਸ਼ਨ ਦੇ ਵਿੱਚ ਉਹ ਇਹ ਸਾਨੂੰ ਜਿਹੜਾ ਆਥਰ ਹੈ ਉਹ ਇਹ ਸਿਖਾਉਣਾ ਚਾਹੁੰਦੇ ਆ ਕਿ ਜਿਹੜੀ ਅਸੀਂ ਐਜੂਕੇਸ਼ਨ ਹੈ ਨਾ ਉਹ ਅਸੀਂ ਬਹੁਤ ਹੀ ਜ਼ਿਆਦਾ ਫਾਰਮਲ ਐਜੂਕੇਸ਼ਨ ਦੇ ਰਹੇ ਹਾਂ। ਬੱਚੇ ਜਿਹੜੇ ਆ ਉਹ ਨੌਲੇਜ ਇਕੱਠੀ ਕਰ ਰਹੇ, ਫੈਕਟਸ ਇਕੱਠੇ ਕਰ ਰਹੇ ਆ ਦਿਮਾਗ ਦੇ ਵਿੱਚ, ਲੇਕਿਨ ਉਹਨਾਂ ਨੂੰ ਸੁਸਾਇਟੀ ਦੇ ਬਾਰੇ ਕੋਈ ਨੌਲੇਜ ਨਹੀਂ ਹੈ। ਠੀਕ ਹੈ, ਉਹਨਾਂ ਨੂੰ ਚਲੋ ਕਿਤਾਬੀ ਕੀੜੇ ਬਣ ਚੁੱਕੇ ਆ, ਕਿਤਾਬਾਂ ਦੇ ਵਿੱਚ ਦਿੱਤੀਆਂ ਚੀਜ਼ਾਂ ਪਤਾ ਹੋਣਗੀਆਂ, ਲੇਕਿਨ ਆਪਣੇ ਆਸ-ਪਾਸ ਦੇ ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਦੂਜਿਆਂ ਨਾਲ ਬਿਹੇਵ ਕਰਨਾ, ਕਿਹੜੇ ਐਟੀਕੇਟਸ, ਕਿਹੜੇ ਮੈਨਰਸ, ਔਰ ਕਿਸ ਤਰ੍ਹਾਂ ਦੂਜਿਆਂ ਦੀ ਹੈਲਪ ਕਰਨੀ ਹੈ, ਅਗਰ ਐਜੂਕੇਸ਼ਨ ਸਿਸਟਮ ਇਹ ਨਹੀਂ ਸਿਖਾ ਪਾ ਰਿਹਾ ਹੈ ਨਾ ਕਿ ਟੂ ਹੈਲਪ ਦਾ ਸੁਸਾਇਟੀ, ਤਾਂ ਇਹਦਾ ਮਤਲਬ ਉਹ ਐਜੂਕੇਸ਼ਨ ਸਿਸਟਮ ਸਾਡਾ ਠੀਕ ਨਹੀਂ ਹੈ। A thousand motors roar under your window every day. You have no idea to whom they belong or where they are going. ਕਹਿੰਦੇ ਪਤਾ ਨਹੀਂ ਹਜ਼ਾਰਾਂ ਮੋਟਰ ਗੱਡੀਆਂ ਤੁਹਾਡੀ ਵਿੰਡੋ ਦੇ ਨੀਚੋਂ ਤੋਂ ਰੋਜ਼ ਆਵਾਜ਼ਾਂ ਕਰਦੀਆਂ, ਗੂੰਜਦੀਆਂ ਨਿਕਲਦੀਆਂ ਆ, ਤੁਹਾਨੂੰ ਕਹਿੰਦੇ ਬਿਲਕੁਲ ਕੋਈ ਆਈਡੀਆ ਨਹੀਂ ਹੋਊਗਾ ਉਹ ਕਿਹਦੀਆਂ ਗੱਡੀਆਂ ਹੈ ਅਤੇ ਉਹ ਕਿੱਥੇ ਜਾ ਰਹੀਆਂ ਆ। But I can read the sounds of my valley for miles around. ਪਰ ਕਹਿੰਦੇ ਕਿ ਮੈਂ ਜੋ ਕਹਿੰਦੇ ਸਾਡੀ ਵੈਲੀ ਜਿੱਥੇ ਅਸੀਂ ਰਹਿੰਦੇ ਹਾਂ, ਕਿਉਂਕਿ ਉਹ ਹਿਲੀ ਏਰੀਆ ਦੇ ਵਿੱਚ ਰਹਿੰਦੇ ਸੀ ਨਾ, ਕਹਿੰਦੇ ਸਾਡੀ ਵੈਲੀ ਦੀਆਂ ਜਿਹੜੀਆਂ ਸਾਊਂਡਸ ਹੈ ਨਾ ਅਸੀਂ ਦੂਰੋਂ ਮਾਈਲਸ ਅਰਾਊਂਡ ਤੋਂ ਵੀ ਸਾਨੂੰ ਸੁਣ ਜਾਂਦੀਆਂ ਹੈ। The sound of the motor in the distance in Navio going to station a bit late. ਸੋ ਕਹਿੰਦੇ ਕਿ ਕਈ ਵਾਰ ਸਾਨੂੰ ਕਹਿੰਦੇ ਪਤਾ ਹੁੰਦਾ ਕਿ ਕਿਹੜੀ ਇਹ ਜਿਹੜੀ ਇਹ ਮੋਟਰ ਗੱਡੀ ਦੀ ਆਵਾਜ਼ ਆ ਰਹੀ ਹੈ ਨਾ ਇਨ ਦਾ ਡਿਸਟੈਂਸ ਇਨ ਨੇਵੀਓ, ਇਹ ਕਿੱਥੇ ਨੂੰ ਜਾ ਰਹੀ ਹੈ, ਇਹ ਸਟੇਸ਼ਨ 'ਤੇ ਜਾ ਰਹੀ ਹੈ। ਅ ਬਿਟ ਲੇਟ, ਲੇਕਿਨ ਇਹ ਥੋੜ੍ਹੀ ਜਿਹੀ ਲੇਟ ਹੈ ਅੱਜ। ਹੋ ਸਕਦਾ ਹੈ ਕਿ ਰੋਜ਼ ਕੋਈ ਇੱਕ ਮੋਟਰ ਕਾਰ ਉਹ ਜਿਹੜੀ ਸਟੇਸ਼ਨ ਵੱਲ ਨੂੰ ਜਾਂਦੀ ਹੋਵੇ ਪੈਸੇਂਜਰਸ ਨੂੰ ਕੈਰੀ ਕਰਕੇ, ਅਤੇ ਉਹ ਕਹਿੰਦੇ ਅਸੀਂ ਉਹਦੀ ਆਵਾਜ਼ ਤੋਂ ਹੀ ਪਹਿਚਾਣ ਲੈਂਦੇ ਹਾਂ ਕਿ ਇਹ ਕਿਹੜੀ ਮੋਟਰ ਕਾਰ ਹੈ ਔਰ ਕਿੱਥੇ ਨੂੰ ਜਾ ਰਹੀ ਹੈ। ਇਫ ਯੂ ਲਾਈਕ ਆਈ ਕੈਨ ਟੈਲ ਯੂ ਐਵਰੀਥਿੰਗ ਅਬਾਊਟ ਹੰਡਰਡਸ ਆਫ ਪੀਪਲ, ਡਜ਼ਨਸ ਆਫ ਫੈਮਲੀਜ਼ ਐਂਡ ਦੇਅਰ ਰਿਲੇਟਿਵਸ ਐਂਡ ਪਰਸਨਲ ਟਾਈਜ਼। ਜੇ ਕਹਿੰਦੇ ਤੁਸੀਂ ਚਾਹੋ ਤਾਂ ਕਹਿੰਦੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਸਕਦਾ ਹਾਂ। 100 ਲੋਕਾਂ ਨੂੰ ਕਹਿੰਦੇ ਮੈਂ ਜਾਣਦਾ ਹੋਊਂਗਾ, ਦਰਜਨ ਫੈਮਲੀਜ਼ ਨੂੰ ਜਾਣਦੇ ਹੋਣਗੇ ਅਸੀਂ, ਉਹਨਾਂ ਦੇ ਰਿਲੇਟਿਵਸ ਨੂੰ ਵੀ ਜਾਣਦੇ ਹਾਂ, ਔਰ ਉਹਨਾਂ ਦੇ ਪਰਸਨਲ ਟਾਈਜ਼, ਉਹਨਾਂ ਦੇ ਪਰਸਨਲ ਰਿਲੇਸ਼ਨਸ਼ਿਪਸ ਕਿਹਦੇ ਨਾਲ ਕਿਸ ਤਰ੍ਹਾਂ ਦੇ ਆ, ਇਹ ਸਾਰਾ ਕੁਝ ਪਤਾ ਆ। ਫੋਰ ਐਗਜ਼ਾਮਪਲ ਆਪਾਂ ਵਿਲੇਜਸ ਦੀ ਹੁਣ ਵੀ ਐਗਜ਼ਾਮਪਲ ਇਹ ਲੈ ਸਕਦੇ ਹਾਂ। ਵਿਲੇਜਸ ਦੇ ਵਿੱਚ ਲੋਕਾਂ ਨੂੰ ਆਸ ਪੜੋਸ ਦੇ ਵਿੱਚ ਪਤਾ ਹੋਇਆ ਕਿ ਇਹ ਰਿਸ਼ਤੇਦਾਰ ਕਿਹਦੇ ਰਿਸ਼ਤੇਦਾਰ ਹੈ, ਇਹ ਉਹਦੇ ਕਜ਼ਨਸ ਹੈ, ਕਿ ਉਹਦੇ ਭੂਆ ਦੇ ਬੇਟੇ ਆ, ਕਿ ਮਾਸੀ ਦੇ ਬੇਟੇ ਆ, ਕਿ ਮਾਮੀ ਦੀ ਬੇਟੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਕਲੋਜ਼ ਆਸ ਪੜੋਸ ਦੇ ਲੋਕਾਂ ਦੇ ਬਾਰੇ ਵੀ, ਉਹਨਾਂ ਦੇ ਰਿਲੇਟਿਵਸ ਦੇ ਬਾਰੇ ਵੀ ਨੌਲੇਜ ਹੁੰਦੀ ਹੈ ਜਦੋਂ ਸੁਸਾਇਟੀ ਬਹੁਤ ਕਲੋਜ਼ਲੀ ਕਨੈਕਟਡ ਹੁੰਦੀ ਹੈ। Whenever you speak to a worker, you manage to get it all wrong. Your choice of words, your tone, your jokes. ਕਹਿੰਦੇ whenever you speak to worker, ਕਹਿੰਦੇ ਜਦੋਂ ਵੀ ਤੁਸੀਂ ਕਿਸੇ ਕੰਮ ਵਾਲੇ ਨਾਲ ਗੱਲ ਕਰਦੇ ਆ, you manage to get it all wrong means you behave very rudely. ਤੁਸੀਂ ਪੂਰਾ ਕੋਸ਼ਿਸ਼ ਕਰਦੇ ਆ ਕਿ ਉਹਦੇ ਨਾਲ ਰੂਡ ਬਿਹੇਵੀਅਰ ਕੀਤਾ ਜਾਵੇ। ਤੁਹਾਡੇ ਜਿਹੜੇ ਤੁਸੀਂ ਸ਼ਬਦ ਯੂਜ਼ ਕਰਦੇ ਆ, ਜਿਹੜੀ ਤੁਹਾਡੀ ਟੋਨ ਹੁੰਦੀ ਆ, ਜਿਹੜਾ ਤੁਸੀਂ ਉਹਦਾ ਮਜ਼ਾਕ ਉਡਾਉਂਦੇ ਆ, it is all wrong. I can tell you what a monitor is thinking even when he keeps silent. And I know what's on his mind even when he talks about something else. ਕਿਉਂਕਿ ਉਹ ਹਿਲੀ ਏਰੀਆ ਦੇ ਵਿੱਚ ਰਹਿੰਦੇ ਆ, ਇਸ ਲਈ ਉੱਥੇ ਆਪਣੇ ਆਸ-ਪਾਸ ਦੇ ਲੋਕਾਂ ਦੇ ਲਈ ਉਹਨਾਂ ਨੇ ਕੀ ਵਰਡ ਯੂਜ਼ ਕੀਤਾ, ਮੋਨੀਟਰ। ਕਹਿੰਦੇ ਜਿਹੜੇ ਸਾਡੇ ਨਾਲ ਮਾਊਂਟੇਨਸ ਦੇ ਵਿੱਚ, ਹਿਲੀ ਏਰੀਆਜ਼ ਦੇ ਵਿੱਚ ਲੋਕ ਰਹਿੰਦੇ ਆ, ਮੈਂ ਕਹਿੰਦੇ ਉਹਨਾਂ ਦੇ ਬਾਰੇ ਇਹ ਦੱਸ ਸਕਦਾ, ਜਦੋਂ ਚੁੱਪ ਵੀ ਹੈ ਨਾ ਮੈਂ ਤਾਂ ਵੀ ਦੱਸ ਸਕਦਾ ਕਿ ਉਹ ਕੀ ਸੋਚ ਰਿਹਾ, ਜਦੋਂ ਚੁੱਪ ਵੀ ਹੈ ਤਾਂ ਵੀ ਮੈਂ ਦੱਸ ਸਕਦਾ ਕਿ ਉਹ ਕੀ ਸੋਚ ਰਿਹਾ। ਆਈ ਨੋ ਵਾਟਸ ਔਨ ਹਿਸ ਮਾਈਂਡ ਇਫ ਹੀ ਟਾਕ ਸਮਥਿੰਗ ਐਲਸ। ਕਈ ਵਾਰ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਆ, ਲੇਕਿਨ ਉਹ ਬੋਲ ਕੀ ਰਹੇ ਆ, ਕਹਿੰਦੇ ਮੈਨੂੰ ਇਹ ਵੀ ਪਤਾ ਹੁੰਦਾ ਆ। this is the sort of culture your poets should have given you. ਕਹਿੰਦੇ ਕਿ ਤੁਸੀਂ ਇੰਨੀ ਪੋਇਟਰੀ ਪੜ੍ਹਦੇ ਹੋ, ਠੀਕ ਹੈ, you have learned so many of the poets and their poems, ਪਰ ਕਹਿੰਦੇ ਇਹ ਕਲਚਰ ਜਿਹੜੀ ਹੈ ਤੁਹਾਨੂੰ ਪੋਇਟਰੀ ਤੋਂ, ਇਹ ਕਲਚਰ ਪੋਇਟਸ ਤੋਂ ਸਿੱਖਣਾ ਚਾਹੀਦਾ ਸੀ। It is the culture of 9/10 of the earth, but no one has yet managed to put it down in words or pictures or films. ਕਹਿੰਦੇ ਇਹ ਜਿਹੜਾ ਕਲਚਰ ਹੈ 9/10 ਮਤਲਬ 10 ਦੇ ਵਿੱਚੋਂ 9 ਜਾਣਿਆਂ ਦਾ, ਮਤਲਬ nearly all of the people
ਆਪਣੇ ਆਸ-ਪਾਸ ਦੇ ਵਿੱਚ ਲੋਕਾਂ ਨੂੰ ਜਾਣਦੇ ਹੁੰਦੇ ਆ, ਕੁਝ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਨੌਲੇਜ ਨਹੀਂ ਹੁੰਦੀ, ਲੇਕਿਨ ਕਹਿੰਦੇ ਹਜੇ ਤੱਕ ਵੀ ਅਸੀਂ ਸਕਸੈਸਫੁਲ ਨਹੀਂ ਹੋਏ ਆ ਇਸ ਚੀਜ਼ ਨੂੰ ਵਰਡਸ ਦੇ ਵਿੱਚ ਪੇਸ਼ ਕਰਨ ਦੇ ਲਈ, ਜਾਂ ਪਿਕਚਰਸ ਜਾਂ ਫਿਲਮਸ ਦੇ ਵਿੱਚ ਇਸ ਚੀਜ਼ ਨੂੰ ਦਿਖਾਉਣ ਤੋਂ ਅਸੀਂ ਕਹਿੰਦੇ ਹਜੇ ਤੱਕ ਵੀ ਨਹੀਂ ਦਿਖਾ ਪਾਏ ਆ। Be a bit humble at least. Your culture has gaps as wide as ours. ਕਹਿੰਦੇ ਕਿ you should learn to be humble, you should learn to be kind, or you can say learn to be down to earth. Your culture has gaps as wide as ours. ਕਹਿੰਦੇ ਤੁਹਾਡੇ ਕਲਚਰ ਦੇ ਵਿੱਚ ਬਹੁਤ ਸਾਰੇ ਗੈਪਸ ਹੈ, ਜਿੰਨਾ ਗੈਪ ਤੁਹਾਡੇ ਤੇ ਮੇਰੇ ਵਿੱਚ ਹੈ ਨਾ, ਤੁਹਾਡੇ ਤੇ ਸਾਡੇ ਵਿੱਚ ਗੈਪ ਹੈ, ਇੰਨਾ ਤੁਹਾਡੇ ਕਲਚਰ ਦੇ ਵਿੱਚ ਆਪਸ ਦੇ ਵਿੱਚ ਗੈਪ ਹੈ, ਪਰਹੈਪਸ ਈਵਨ ਵਾਈਡਰ, ਸ਼ਾਇਦ ਕਹਿੰਦੇ ਇਹ ਤੋਂ ਵੀ ਵੱਡੇ ਗੈਪ ਹੋਣ। ਸਰਟਨਲੀ ਮੋਰ ਡੈਮੇਜਿੰਗ ਟੂ ਅ ਟੀਚਰ ਇਨ ਦਾ ਐਲੀਮੈਂਟਰੀ ਸਕੂਲ। ਕਹਿੰਦੇ ਕਿ ਇਹ ਜਿਹੜੇ ਤੁਹਾਡੇ ਅੰਦਰ ਤੁਹਾਡੇ ਵਿੱਚ ਗੈਪ ਹੈ ਨਾ, ਜਿਹੜਾ ਕਿ ਇੱਕ ਤਰ੍ਹਾਂ ਕਹਿ ਸਕਦੇ ਹਾਂ ਖਾਲੀਪਨ ਹੈ, ਜਿਹੜਾ ਕਿ ਤੁਸੀਂ ਕਿਸੇ ਨਾਲ ਇਮੋਸ਼ਨਲੀ ਅਟੈਚ ਨਹੀਂ ਹੈਗੇ, ਕਹਿੰਦੇ ਇਹ ਚੀਜ਼ ਜਿਹੜੀ ਆ ਇਟ ਇਜ਼ ਮੋਰ ਡੈਮੇਜਿੰਗ ਟੂ ਅ ਟੀਚਰ ਜਿਹੜਾ ਕਿ ਐਲੀਮੈਂਟਰੀ ਸਕੂਲ ਦਾ ਟੀਚਰ ਹੋਵੇ। ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਨਾ, ਉਹਦੇ ਵਿੱਚ ਅਸੀਂ ਬੱਚਿਆਂ ਨੂੰ ਨੌਲੇਜ ਫੈਕਟਸ ਤੋਂ ਇਲਾਵਾ ਬਹੁਤ ਸਾਰੇ ਐਟੀਕੇਟਸ, ਸੋਸ਼ਲ ਬਿਹੇਵੀਅਰ ਵੀ ਸਿਖਾਉਣਾ ਹੁੰਦਾ ਹੈ। ਜੇ ਟੀਚਰ ਆਪਣੇ ਆਪ ਸੋਸ਼ਲੀ ਉਹਦਾ ਸੋਸ਼ਲ ਬਿਹੇਵੀਅਰ ਠੀਕ ਨਹੀਂ ਹੈ ਤਾਂ ਉਹ ਐਲੀਮੈਂਟਰੀ ਸਕੂਲ ਚਿਲਡਰਨ ਨੂੰ ਕੀ ਸਿਖਾ ਪਾਏਗਾ। At the gymnastics exam, the teacher threw us a ball and said, "Play basketball." We did not know how. The teacher looked us over with contempt. My poor children. ਕਹਿੰਦੇ ਜਿਮਨੈਸਟਿਕਸ ਦਾ ਐਗਜ਼ਾਮ ਸੀ, ਟੀਚਰ ਨੇ ਸਾਡੇ ਵੱਲ ਇੱਕ ਬਾਲ ਸੁੱਟ ਦਿੱਤੀ ਤੇ ਸਾਨੂੰ ਕਹਿੰਦੇ ਪਲੇ ਬਾਸਕਿਟਬਾਲ। ਕਹਿੰਦੇ ਸਾਨੂੰ ਨਹੀਂ ਖੇਲਣੀ ਆਉਂਦੀ ਸੀ ਬਾਸਕਿਟਬਾਲ, ਤੇ ਟੀਚਰ ਨੇ ਕਹਿੰਦੇ ਸਾਡੀ ਇਨਸਲਟ ਕਰਦੇ ਹੋਏ ਸਾਡੇ ਵੱਲ ਦੇਖਿਆ ਤੇ ਕਿਹਾ ਮਾਈ ਪੂਅਰ ਚਿਲਡਰਨ, ਗਰੀਬ ਬੱਚੇ, ਕਿ ਇਹਨਾਂ ਨੂੰ ਬਾਸਕਿਟਬਾਲ ਵੀ ਖੇਡਣਾ ਨਹੀਂ ਆਉਂਦਾ। He too is one of you. The ability to handle a conventional ritual seemed so vital to him. ਕਹਿੰਦੇ ਕਿ ਉਹ ਵੀ ਤੁਹਾਡੇ ਵਰਗਾ ਹੀ ਹੈ, ਜਿਸ ਤਰ੍ਹਾਂ ਦੇ ਤੁਸੀਂ ਹੋ। ਜਿਮਨਾਸਟਿਕ ਟੀਚਰ ਵੀ ਸੀ ਨਾ ਜਿਹੜਾ, ਉਹ ਵੀ ਇਸ ਤਰ੍ਹਾਂ ਦਾ ਹੀ ਸੀ। The ability to handle conventional ritual seemed so vital to him. Vital means important to him. ਕਹਿੰਦੇ ਕਿ ਕਨਵੈਨਸ਼ਨਲ ਰਿਚੁਅਲ ਕੀ ਹੁੰਦਾ ਹੈ? ਕਨਵੈਨਸ਼ਨਲ ਮਤਲਬ ਪੁਰਾਣੀ, ਰਿਚੁਅਲ ਮਤਲਬ ਪ੍ਰਥਾ। ਕਹਿੰਦੇ ਇੱਕ ਪੁਰਾਣੀ ਪ੍ਰਥਾ ਚੱਲੀ ਆਉਂਦੀ ਹੈ ਸਕੂਲ ਦੇ ਵਿੱਚ। ਉਹ ਕੀ ਪ੍ਰਥਾ ਹੈ ਕਿ ਜਦੋਂ ਬੱਚਿਆਂ ਦਾ ਜਿਮਨੈਸਟਿਕ ਐਗਜ਼ਾਮ ਲੈਣਾ ਹੈ ਤਾਂ ਉਹਨਾਂ ਨੂੰ ਬਾਸਕਿਟਬਾਲ ਖਿਲਵਾ ਕੇ ਦੇਖਣਾ ਹੈ। ਕਹਿੰਦੇ ਕਿ ਇਹ ਪ੍ਰਥਾ ਨੂੰ ਪੂਰਾ ਕਰਨਾ ਉਹਦੇ ਲਈ ਇੰਨਾ ਇੰਪੋਰਟੈਂਟ ਸੀ ਟੀਚਰ ਦੇ ਲਈ ਕਿ ਉਹਨੇ ਸਾਨੂੰ ਇਸ ਜਿਮਨਾਸਟਿਕਸ ਐਗਜ਼ਾਮ ਦੇ ਵਿੱਚੋਂ ਫੇਲ ਕਰ ਦਿੱਤਾ ਜਸਟ ਬਿਕੋਜ਼ ਕਿ ਸਾਨੂੰ ਬਾਸਕਿਟਬਾਲ ਨਹੀਂ ਖੇਲਣੀ ਆਉਂਦੀ। ਉਹ ਕੁਝ ਹੋਰ ਵੀ ਤਾਂ ਕਰਵਾ ਕੇ ਦੇਖ ਸਕਦੇ ਸੀ ਕਿ ਜਿਮਨੈਸਟਿਕਸ ਦੇ ਵਿੱਚ ਕਿਸੇ ਨੂੰ ਪਾਸ ਐਂਡ ਫੇਲ ਕਰਨ ਦੇ ਲਈ ਇੱਕ ਗੇਮ ਹੀ ਖਿਲਵਾਉਣੀ ਜ਼ਰੂਰੀ ਹੈ। He told the principal that we had not been given any physical education and we should take the exam again in the autumn. ਤੇ ਕਹਿੰਦੇ ਉਹਨੇ ਸਗੋਂ ਜਾ ਕੇ ਪ੍ਰਿੰਸੀਪਲ ਨੂੰ ਕਹਿ ਦਿੱਤਾ ਕਿ ਸਾਨੂੰ ਕੋਈ ਫਿਜ਼ੀਕਲ ਐਜੂਕੇਸ਼ਨ ਨੌਲੇਜ, ਫਿਜ਼ੀਕਲ ਦੀ ਕੋਈ ਐਜੂਕੇਸ਼ਨ ਅੱਜ ਤੱਕ ਦਿੱਤੀ ਹੀ ਨਹੀਂ ਗਈ ਹੈ ਤੇ ਸਾਨੂੰ ਫਿਰ ਆਟਮ ਦੇ ਵਿੱਚ ਦੁਬਾਰਾ ਐਗਜ਼ਾਮ ਦੇਣਾ ਪਏਗਾ। They are not passed in this exam. Any one of us could climb an oak tree. Once up there, we could get with our hands and chop off a 200-pound branch with a hatchet. ਕਹਿੰਦੇ ਕਿ ਅਗਰ ਉਹ ਸਾਨੂੰ ਅਲਾਉ ਕਰਦੇ ਤਾਂ ਸਾਡੇ ਵਿੱਚੋਂ ਕੋਈ ਵੀ ਬੱਚਾ ਹੈ ਨਾ ਜਿਹੜਾ, ਉਹ ਉਹਨਾਂ ਨੂੰ ਓਕ ਟਰੀ, ਇਹ ਓਕ ਟਰੀ ਇਜ਼ ਅ ਕੁਆਇਟ ਬਿਗ ਟਰੀ, ਕਹਿੰਦੇ ਉਹਨਾਂ ਨੂੰ ਉਹ ਵੀ ਕਲਾਈਂਬ ਕਰਕੇ ਉਹਦੇ 'ਤੇ ਵੀ ਚੜ੍ਹ ਕੇ ਦਿਖਾ ਸਕਦੇ ਸੀ। ਕਹਿੰਦੇ ਸਾਡੇ ਵਿੱਚੋਂ ਕੋਈ ਵੀ ਜਾਣਾ ਵਨਸ ਅਪ ਦੇਅਰ, ਉੱਥੇ ਪਹੁੰਚਣ ਤੋਂ ਬਾਅਦ ਵੀ ਕੁਡ ਲੈਟ ਗੋ ਵਿਦ ਆਰ ਹੈਂਡਸ, ਕਹਿੰਦੇ ਅਸੀਂ ਆਪਣੇ ਹੱਥ ਛੱਡ ਸਕਦੇ ਹਾਂ। ਟਰੀ 'ਤੇ ਵੀ ਸਾਨੂੰ ਚੜ੍ਹਨਾ ਆਉਂਦਾ ਆ, ਟਰੀ ਦੇ ਉੱਪਰ ਪਹੁੰਚ ਕੇ ਅਸੀਂ ਹੱਥ ਛੱਡ ਵੀ ਸਕਦੇ ਹਾਂ। ਐਂਡ ਚੌਪ ਆਫ, ਚੌਪ ਆਫ ਮੀਨਸ ਕੱਟ ਆਫ a 200-pound branch with a hatchet. Hatchet means axe. 200 pound ਮਤਲਬ ਉਹਦਾ ਜਿਹਦਾ ਭਾਰ ਇੰਨਾ ਹੋਊਗਾ, 200 pound ਭਾਰ ਦੀ ਬ੍ਰਾਂਚ, ਟਹਿਣੀ ਨੂੰ ਵੀ ਅਸੀਂ ਆਪਣੀ ਐਕਸ ਦੇ ਨਾਲ, ਕੁਲਾੜੀ ਦੇ ਨਾਲ, ਹੈਚਟ ਨਾਲ ਤੋੜ ਸਕਦੇ ਹਾਂ, ਚੌਪ ਆਫ ਕਰ ਸਕਦੇ ਹਾਂ, ਮਤਲਬ ਕੱਟ ਕਰ ਸਕਦੇ ਹਾਂ। ਦੈਨ ਵੀ ਕੁਡ ਡਰੈਗ ਇਟ ਡਾਊਨ ਥਰੂ ਦਾ ਸਨੋ ਟੂ ਆਰ ਮਦਰਸ ਡੋਰ ਸਟੈਪ। ਕਹਿੰਦੇ ਸਨੋ ਦੇ ਵਿੱਚੋਂ ਅਸੀਂ ਇਸੇ ਚੀਜ਼ ਨੂੰ ਡਰੈਗ ਕਰਕੇ, ਖਿੱਚ ਕੇ ਆਪਣੇ ਮਦਰ ਦੇ ਲਈ ਵੀ ਲੈ ਕੇ ਆ ਸਕਦੇ ਹਾਂ।
I heard of a gentleman in Florence who rides upstairs in the house in a lift. ਕਹਿੰਦੇ ਕਿ ਮੈਨੂੰ ਇੱਕ ਸੁਣਿਆ ਸੀ ਕਿ ਇੱਕ ਜੈਂਟਲਮੈਨ ਹੈ ਇਨ ਫਲੋਰੈਂਸ ਮਤਲਬ ਉਹ ਫਲੋਰੈਂਸ ਸਿਟੀ ਦੇ ਵਿੱਚ ਰਹਿੰਦਾ ਸੀ who rides down upstairs in his house in a lift. ਉਹ ਕਹਿੰਦੇ ਆਪਣੇ ਘਰ ਵੀ ਕਿੱਦਾਂ ਪਹੁੰਚਦਾ ਹੈ, ਘਰ ਦੀਆਂ ਪੌੜੀਆਂ ਵੀ ਕਿੱਦਾਂ ਪਹੁੰਚਦਾ ਆ, ਲਿਫਟ ਦੇ ਥਰੂ ਪਹੁੰਚਦਾ ਆ. ਬਟ ਦੈਨ ਹੀ ਹੈਜ਼ ਬੌਟ ਹਿਮਸੈਲਫ ਐਨ ਐਕਸਪੈਂਸਿਵ ਗੈਜਟ ਐਂਡ ਪ੍ਰੀਟੈਂਡਸ ਟੂ ਰੋ ਇਨ ਇਟ. ਕਹਿੰਦੇ ਕਿ ਫਿਰ ਉਹਨੇ ਇੱਕ ਹੋਰ ਵੀ ਐਕਸਪੈਂਸਿਵ ਮਹਿੰਗੀ ਗੈਜਟ ਮਤਲਬ ਹੁੰਦਾ ਆ ਇੱਕ ਮਕੈਨੀਕਲ ਡਿਵਾਈਸ ਹੈ ਨਾ, ਜਿਹੜੀ ਚੀਜ਼ ਡਿਵਾਈਸ ਜਿਹੜੀ ਕਿ ਮਸ਼ੀਨ ਦੇ ਨਾਲ ਚੱਲਦੀ, ਮਸ਼ੀਨ ਹੁੰਦੀ ਹੈ ਮਤਲਬ. ਐਂਡ ਪ੍ਰੀਟੈਂਡਸ ਟੂ ਰੋ ਇਨ ਇਟ ਮੀਨਸ ਪ੍ਰੀਟੈਂਡਸ ਟੂ ਗੋ ਇਨ ਇਟ. ਯੂ ਵੁੱਡ ਗਿਵ ਹਿਮ ਏ ਇਨ ਫਿਜ਼ੀਕਲ ਐਜੂਕੇਸ਼ਨ. ਅਤੇ ਉਸੇ ਟੀਚਰ ਨੇ ਉਹਨੂੰ ਕੀ ਦੇ ਦੇਣਾ ਸੀ, ਏ ਗ੍ਰੇਡ ਮਤਲਬ ਵਿਚ ਇਜ਼ ਦ ਹਾਈਐਸਟ ਗ੍ਰੇਡ ਇਨ ਫਿਜ਼ੀਕਲ ਐਜੂਕੇਸ਼ਨ ਜਸਟ ਬਿਕੋਜ਼ ਕਿ ਉਹ ਰਿਚ ਫੈਮਲੀ ਨੂੰ ਬਿਲੋਂਗ ਕਰਦਾ ਸੀ ਐਂਡ ਉਹਦੇ ਕੋਲ ਕਾਰ ਵੀ ਹੈ ਅਤੇ ਉਹ ਆਪਣੇ ਘਰ ਦੀਆਂ ਪੌੜੀਆਂ ਵੀ ਲਿਫਟ ਦੇ ਥਰੂ ਜਾਂਦਾ ਆ. ਉਹ ਚੱਲ ਵੀ ਨਹੀਂ ਸਕਦਾ, ਘਰ ਦੀਆਂ ਪੌੜੀਆਂ ਵੀ ਚੜ੍ਹ ਕੇ ਜਾ ਨਹੀਂ ਸਕਦਾ ਸੀ, ਉਹਨੂੰ ਏ ਗ੍ਰੇਡ ਮਿਲ ਜਾਣਾ ਸੀ ਇਨ ਫਿਜ਼ੀਕਲ ਐਜੂਕੇਸ਼ਨ. Translated by Noura Rossi and Tom Cole. So that's about this chapter, Letter to a Teacher. It is a very famous letter written by the students of Babiana to one of their imaginary teacher, and in this letter they have pointed out the experiences of their school life, how the teacher used to discourage the students of poor families. They were not given proper education, they were usually fail, they were very much skilled in performing physical activities, but then also they were failed in physical education. And on the other side, children of high class families who cannot perform much physical activities, they were given A grade in the physical education. So it has exposed the system of education which was not at all beneficial for the poor students, and they were failed out, they were pushed out from the school, they were failed and thrown out of the schools. Then they had to work either in factories or in the fields. So I hope you have understood this chapter. Thank you very much.